ਦੋਸਤੋ ਪੰਜਾਬੀ ਟ੍ਰਿਬਿਊਨ ਦੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿਸਾਨ ਅੰਦੋਲਨਾਂ ਦੌਰਾਨ ਸ਼ੁਰੂ ਹੋਏ ਮੀਟਿੰਗਾਂ ਦੇ ਦੌਰ ਬਾਰੇ, ਜਿਸ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਕੋਆਰਡੀਨੇਟਰ ਸ਼੍ਰੀ ਹਮੀਰ ਸਿੰਘ ਜੀ। ਸਰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਸਿੰਘ ਜੀ, ਸੂਬੇ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਚੰਡੀਗੜ੍ਹ ਦੇ ਕਿਸਾਨ ਭਵਨ 'ਚ ਅੱਜ ਮੀਟਿੰਗ ਕੀਤੀ ਗਈ ਹੈ, ਜਿਸ ਵਿੱਚ ਉਹਨਾਂ ਵੱਲੋਂ ਕੇਂਦਰ ਸਰਕਾਰ ਦੇ ਸੱਦੇ 'ਤੇ ਕੀ ਫੈਸਲਾ ਲੈਣਾ ਉਸ ਬਾਰੇ ਗੱਲਬਾਤ ਕੀਤੀ ਗਈ ਹੈ ਤੇ ਕਿਸਾਨ ਅੰਦੋਲਨਾਂ ਦਾ ਅਗਲਾ ਪੜਾਅ ਕੀ ਹੋਏਗਾ ਉਸ ਬਾਰੇ ਰਣਨੀਤੀ ਤਿਆਰ ਕੀਤੀ ਜਾਣੀ ਸੀ। ਇਸ ਮੀਟਿੰਗ ਦੇ ਵਿੱਚ ਕੀ ਹੋਇਆ, ਇਹਦੇ ਨਾਲ ਹੀ ਅਸੀਂ ਇਹ ਜਾਣਨਾ ਚਾਹਾਂਗੇ ਵੀ ਸੂਬੇ ਦੇ ਇੱਕ ਕਿਸਾਨ ਜਥੇਬੰਦੀ ਵੱਲੋਂ ਰੇਲਵੇ ਟਰੈਕਾਂ ਤੋਂ ਜਿਹੜਾ ਹੈਗਾ ਧਰਨਾ ਚੁੱਕਣ ਦਾ ਫੈਸਲਾ ਲਿੱਤਾ ਗਿਆ, ਜਦਕਿ ਬਾਕੀ ਜਥੇਬੰਦੀਆਂ ਵੱਲੋਂ ਧਰਨਾ ਉਸੇ ਤਰ੍ਹਾਂ ਜਿਹੜਾ ਹੈਗਾ ਜਾਰੀ ਰੱਖਣ ਦਾ ਫੈਸਲਾ ਲਿੱਤਾ ਗਿਆ ਹੈ। ਇਸ ਨੂੰ ਕਿਵੇਂ ਦੇਖਿਆ ਜਾ ਰਿਹਾ? ਬਿਲਕੁਲ, ਕਿਸਾਨ ਅੰਦੋਲਨ ਜਿਵੇਂ ਜਿਵੇਂ ਉਹਦਾ ਅਸਰ ਵੱਧ ਰਿਹਾ ਤਿਵੇਂ ਤਿਵੇਂ ਸਰਕਾਰਾਂ 'ਤੇ ਵੀ ਅਸਰ ਹੋਣਾ ਸੁਭਾਵਿਕ ਹੈ। ਕੇਂਦਰ ਸਰਕਾਰ ਨੇ ਪਹਿਲਾਂ ਕਿਸਾਨਾਂ ਨੂੰ ਗੱਲਬਾਤ ਲਈ ਸੱਦਿਆ ਸੀ, ਪਰ ਉਹਦੀ ਚਿੱਠੀ ਦੀ ਇਬਾਰਤ ਜਾਂ ਚਿੱਠੀ ਇਸ ਕਿਸਮ ਦੀ ਸੀ ਜਿਹੜੀ ਸੰਤੁਸ਼ਟੀਜਨਕ ਨਹੀਂ ਸੀ, ਜਿਹੜੀ ਨਿੱਜੀ ਚਿੱਠੀ ਭੇਜੀ ਤੇ ਕਿਹਾ ਕਿ ਤੁਹਾਨੂੰ ਸਮਝਾਉਂਦੇ ਹਾਂ। ਹੁਣ ਇਹ ਸੱਦਾ ਭੇਜਣਾ ਕਿ ਗੌਰਮੈਂਟ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹੈ, ਤਾਂ ਉਸ 'ਤੇ ਮੀਟਿੰਗ ਸੀਗੀ। ਮੀਟਿੰਗ ਅੱਜ ਜਿਹੜੀਆਂ ਬੱਚੀਆਂ 28 ਜਥੇਬੰਦੀਆਂ ਨੇ ਉਹਨਾਂ ਦੀ ਇੱਕ ਮੀਟਿੰਗ ਸੀ, ਕਿਉਂਕਿ ਪਹਿਲਾਂ ਇੱਕ ਜਥੇਬੰਦੀ ਲੱਖੋਵਾਲ ਗਰੁੱਪ ਅਜੇ ਸਸਪੈਂਡ ਕੀਤੀ ਹੋਈ ਆ ਉਸ ਕਰਕੇ ਸੁਪਰੀਮ ਕੋਰਟ ਜਾਣ ਲਈ, ਅਤੇ ਇੱਕ ਜਥੇਬੰਦੀ ਜਿਹੜੀ ਉਗਰਾਹਾਂ ਗਰੁੱਪ ਹੈ ਉਹ ਅਲੱਗ ਤਾਲਮੇਲਮੇ ਐਕਸ਼ਨ ਦੀ ਅਲੱਗ ਗੱਲ ਕਰਦੀ ਹੈ, ਅਤੇ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ ਉਹ ਵੀ ਬਾਹਰ ਹੀ ਹੈ। ਉਹ ਕਹਿੰਦੀ ਹੈ ਕਿ ਅਸੀਂ ਤੁਹਾਡੇ ਨਾਲ ਹੀ ਮਿਲ ਕੇ ਚੱਲਾਂਗੇ, ਪਰ ਉਹਨੇ ਨਾ ਜਾਣ ਦਾ ਫੈਸਲਾ ਕੀਤਾ ਹੋਇਆ ਹੈ। ਇਸ ਕਰਕੇ ਕੁੱਲ ਮਿਲਾ ਕੇ 31 ਚੋਂ 28 ਜਥੇਬੰਦੀਆਂ ਦਾ ਇੱਕ ਅੱਜ ਦੀ ਮੀਟਿੰਗ ਹੈ, ਔਰ ਉਸ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਜਾਣਾ, ਜਥੇਬੰਦੀਆਂ ਨੇ ਫੈਸਲਾ ਲਿਆ ਕਿ ਅਸੀਂ ਗੱਲਬਾਤ ਲਈ ਜਾਵਾਂਗੇ। ਉਹਦੇ ਪਿੱਛੇ ਆਧਾਰ ਇਹ ਹੈ ਕਿਉਂਕਿ ਕੇਂਦਰ ਸਰਕਾਰ ਜੇਕਰ ਸਾਨੂੰ ਸੱਦਦੀ ਹੈ 1 ਵਾਰ 2 ਵਾਰ 3 ਵਾਰ, ਜੇਕਰ ਨਹੀਂ ਜਾਇਆ ਜਾਂਦਾ ਤਾਂ ਉਹਦਾ ਇੱਕ ਬਾਹਰ ਦੇਸ਼ ਪੱਧਰ ਦੇ ਉੱਤੇ ਜਾਂ ਆਮ ਲੋਕਾਂ ਦੇ ਉੱਤੇ ਇੱਕ ਇਹੋ ਜਿਹਾ ਉਹਦਾ ਝਲਕਾਰਾ ਪੈਂਦਾ ਕਿ ਸ਼ਾਇਦ ਇਹ ਗੱਲਬਾਤ ਤੋਂ ਇਨਕਾਰੀ ਨੇ, ਇਹ ਗੱਲ ਨਹੀਂ ਸੁਣਨਾ ਚਾਹੁੰਦੇ, ਜਾਂ ਉਸ ਪੱਧਰ ਦੇ ਉੱਤੇ ਅਸੀਂ ਗੌਰਮੈਂਟ ਤਾਂ ਸੱਦ ਰਹੀ ਹੈ, ਸ਼ਾਇਦ ਉਹ ਨਿਬੇੜਨਾ ਚਾਹੁੰਦੀ ਹੈ, ਇਹ ਨਿਬੇੜਨਾ ਨਹੀਂ ਚਾਹੁੰਦੇ, ਇਹ ਪ੍ਰਭਾਵ ਨਾ ਜਾਵੇ। ਇਸੇ ਕਰਕੇ ਇਹ ਜਿਹੜੀਆਂ ਜਥੇਬੰਦੀਆਂ ਨੇ 28 ਉਹਨਾਂ ਨੇ ਫਿਰ ਇੱਕ ਹੋਰ ਵੀ ਬਿਹਤਰ ਕਦਮ ਉਠਾਇਆ ਮੇਰੇ ਖਿਆਲ ਉਹਦੇ ਮੁਕਾਬਲੇ, ਕਿਉਂਕਿ ਇਦੋਂ ਪਹਿਲਾਂ ਇੱਕ ਟਰੈਂਡ ਚੱਲਦਾ ਸੀ ਵੀ ਜਿੱਥੇ ਵੀ ਮੀਟਿੰਗ ਹੁੰਦੀ ਸੀ ਜਿੰਨੀਆਂ 30-31 ਜਥੇਬੰਦੀਆਂ ਹਰੇਕ ਦਾ ਇੱਕ ਨੁਮਾਇੰਦਾ ਬੋਲਦਾ ਹੈ, ਅਤੇ ਜਦ ਤੱਕ ਇੰਨਾ ਟਾਈਮ ਹੋ ਜਾਂਦਾ ਮੁੱਦਾ ਫੋਕਸ ਨਹੀਂ ਹੁੰਦਾ। ਉਹਨਾਂ ਨੇ ਇੱਕ 7 ਮੈਂਬਰੀ ਕਮੇਟੀ ਬਣਾਤੀ ਹੈ ਕੋਰ ਗਰੁੱਪ, ਜਿਹੜਾ ਕੋਰ ਗਰੁੱਪ ਜਿਹੜੇ ਪੁਆਇੰਟ ਇੱਥੇ ਚਰਚਾ 'ਚ ਆਏ ਨੇ ਕਿ ਆਪਾਂ ਉੱਥੇ ਰੱਖਣੇ ਕੀ ਨੇ ਉਹਨਾਂ ਬਾਰੇ ਕੇਂਦਰ ਸਰਕਾਰ ਨਾਲ ਗੱਲ ਕਰੇਗਾ, ਅਤੇ ਉਦੋਂ ਬਾਅਦ ਜੋ ਫੈਸਲਾ ਹੁੰਦਾ ਉਹ ਮਤਲਬ ਵਾਪਸ ਆ ਕੇ ਗੱਲ ਕਰਕੇ ਅਗਲਾ ਐਕਸ਼ਨ ਉਦੋਂ ਬਾਅਦ ਦਾ ਸਵਾਲ ਹੋਏਗਾ। ਇਸੇ ਕਰਕੇ ਜਿਹੜੇ ਪੰਜਾਬ ਸਰਕਾਰ ਦੇ ਮੰਤਰੀ ਵੀ ਅੱਜ ਉਹਨਾਂ ਨੂੰ ਮਿਲਣ ਆਏ ਇਸ ਮਤਲਬ ਇਸੇ ਮੁੱਦੇ ਦੇ ਉੱਤੇ, ਅਤੇ ਉਹ ਜਦੋਂ ਮਿਲਣ ਆਏ ਨੇ ਤਾਂ ਉਹਦੇ ਨਾਲ ਉਹਨਾਂ ਨੇ ਕਿਹਾ ਕਿ ਦੱਸੋ ਜੀ ਤੁਸੀਂ ਰੇਲਵੇ ਟਰੈਕਾਂ ਤੋਂ ਮਤਲਬ ਆਪਣਾ ਹਟਾ ਲਓ। ਤਾਂ ਇਹਨਾਂ ਕਿਸਾਨ ਜਥੇਬੰਦੀਆਂ ਨੇ ਇੱਕ ਗੱਲ ਕੀਤੀ ਉਹਨਾਂ ਦੇ ਨਾਲ ਕਿ ਅਜੇ ਤੱਕ ਅਸੀਂ ਗੌਰਮੈਂਟ ਆਫ ਇੰਡੀਆ ਨਾਲ ਗੱਲ ਕਰਨ ਜਾ ਰਹੇ ਹਾਂ, ਅਤੇ ਉਦੋਂ ਬਾਅਦ ਅਸੀਂ 15 ਨੂੰ ਗੱਲ ਕਰਾਂਗੇ। ਕੱਲ੍ਹ ਨੂੰ ਜਿਹੜੀ ਕੈਬਨਿਟ ਮੀਟਿੰਗ ਹੋ ਰਹੀ ਹੈ, ਤੁਹਾਡੇ ਨਾਲ ਵਾਅਦਾ ਇਹ ਕੀਤਾ ਹੋਇਆ, ਜਦੋਂ ਮੁੱਖ ਮੰਤਰੀ ਨੇ ਸਾਡੇ ਨਾਲ ਵਾਅਦਾ ਕੀਤਾ ਸੀਗਾ ਮੀਟਿੰਗ ਦੇ ਜਦੋਂ ਸਾਰੇ ਕਿਸਾਨ ਬੁਲਾਏ ਸੀ ਕਿ ਅਸੀਂ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਜਿਹੜੀ ਸੰਵਿਧਾਨ ਦੇ ਵਿੱਚ, ਕਿਉਂਕਿ ਖੇਤੀ ਹੈ ਜਿਹੜਾ ਪੇਸ਼ੇ ਦੇ ਤੌਰ 'ਤੇ ਅਤੇ ਅੰਦਰੂਨੀ ਜਿਹੜੀ ਮੰਡੀ ਹੈ ਖੇਤੀ ਦੇ ਬਾਰੇ 'ਚ ਉਹ ਸੂਬਿਆਂ ਦਾ ਸਬਜੈਕਟ ਹੈ, ਤੁਸੀਂ ਆਪਣਾ ਬਿੱਲ ਲਿਆਓਗੇ, ਬਿੱਲ ਪਾਸ ਕਰਾਓਗੇ ਆਰਟੀਕਲ 254(2) ਦੇ ਤਹਿਤ, ਅਤੇ ਉਹ ਬਿੱਲ ਪਾਸ ਕਰਕੇ ਉਹਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਭੇਜੋਗੇ। ਇਸ ਵਾਅਦੇ ਨੂੰ ਪੂਰਾ ਕਰੋ, ਜਿਹਦੇ 'ਚ ਕਿ ਮੇਰਾ ਖਿਆਲ ਹੈ ਉਹਨਾਂ ਨੇ ਸੰਕੇਤ ਇਹ ਦਿੱਤਾ ਮੰਤਰੀਆਂ ਨੇ ਕਿ ਕੱਲ੍ਹ ਦੀ ਮੀਟਿੰਗ ਦੇ ਵਿੱਚ 19 ਤਰੀਕ ਦਾ ਅਗਲੇ ਸੋਮਵਾਰ ਦਾ ਸੈਸ਼ਨ ਸੱਦਿਆ ਜਾ ਸਕਦਾ ਅਤੇ ਉਸ ਸੈਸ਼ਨ ਦੇ ਵਿੱਚ ਇਹ ਮਤਾ ਲਿਆਂਦਾ ਜਾ ਸਕਦਾ ਉਸ ਰੂਪ 'ਚ। ਜਿਹੜਾ ਰੇਲਾਂ ਦਾ ਸਵਾਲ ਹੈ, ਇਹ ਜਿਹੜਾ ਇੱਕ ਗਰੁੱਪ ਨੇ ਰੇਲਾਂ ਤੋਂ ਆਪਣਾ ਧਰਨੇ ਚੱਕਣ ਦਾ ਐਲਾਨ ਕੀਤਾ, ਅਤੇ ਇਹਨਾਂ ਨੇ ਜਿਹੜੀਆਂ ਜਥੇਬੰਦੀਆਂ ਨੇ ਇਹ ਐਲਾਨ ਕੀਤਾ ਕਿ ਅਸੀਂ 15 ਤੱਕ ਅਜੇ ਰੇਲਾਂ ਜਾਮ ਰਹਿਣਗੀਆਂ, ਅਤੇ ਲੋਕਾਂ ਨੂੰ ਜਿਹੜੇ ਜਿੱਥੇ ਜਿੱਥੇ ਇਹ ਜਾਮ ਹੈਗਾ ਉੱਥੇ ਆਉਣਾ ਚਾਹੀਦਾ, ਅਤੇ ਉਦੋਂ ਬਾਅਦ ਫੈਸਲਾ ਕਰਾਂਗੇ। ਇਸ ਨਾਲ ਇੱਕ ਉਲਝਣ ਜ਼ਰੂਰ ਪੈਦਾ ਹੁੰਦੀ ਹੈ ਲੋਕਾਂ ਦੇ ਵਿੱਚ, ਕਿਸਾਨਾਂ ਦੇ ਵਿੱਚ, ਆਮ ਨੌਜਵਾਨਾਂ ਦੇ ਵਿੱਚ, ਜਾਂ ਜਿੰਨੇ ਵੀ ਸਮਰਥਕ ਲੋਕ ਨੇ ਮੂਵਮੈਂਟ ਦੇ, ਇੱਕ ਕਨਫਿਊਜ਼ਨ ਪੈਦਾ ਹੁੰਦਾ ਵੀ ਪਤਾ ਨਹੀਂ ਕੀ ਹੋ ਰਿਹਾ, ਕਿਹੜੀ ਠੀਕ ਹੈ ਕਿਹੜੀ ਨਹੀਂ ਠੀਕ ਹੈ। ਇਸੇ ਕਰਕੇ ਇਹ ਗੱਲ ਪਹਿਲਾਂ ਵੀ ਆਪਾਂ ਕੱਲ੍ਹ ਗੱਲ ਇਸੇ ਵੇਲੇ ਦੀ ਗੱਲ ਕੀਤੀ ਸੀ ਕਿ ਜਥੇਬੰਦੀਆਂ ਨੂੰ ਇੱਕ ਸੁਰਤਾ ਬਹੁਤ ਜ਼ਰੂਰੀ ਹੈ, ਚਾਹੇ ਉਹ ਤਾਲਮੇਲਮਈ ਐਕਸ਼ਨ ਵੀ, ਬਾਕੀ ਵੀ ਮੈਨੂੰ ਤਾਂ ਲੱਗਦਾ ਉਹਨਾਂ ਦੀ ਵੀ ਨਹੀਂ, ਕਿਉਂਕਿ ਜਦੋਂ ਵੱਡਾ ਅੰਦੋਲਨ ਹੁੰਦਾ ਉਹ 'ਚ ਇੱਕ ਸੁਰ ਹੋ ਕੇ, ਇੱਕ ਰਾਏ ਹੋ ਕੇ, ਜੇ ਤੁਹਾਡਾ ਕੋਈ ਅਲੱਗ ਵਿਚਾਰ ਵੀ ਆ ਉਹ ਵੀ ਉਹਨਾਂ ਨਾਲ ਸਹਿਮਤ ਹੋ ਕੇ, ਜੇ ਸਾਂਝਾ ਵਿਚਾਰ ਹੈ
ਤਾਂ ਇਕੱਠੇ ਅਨਾਉਂਸ ਦਾ ਕਰਨ ਦਾ ਇਕੱਠਾ ਸਮਾਂ ਘੱਟੋ ਘੱਟ ਨਿਰਧਾਰਿਤ ਕਰਕੇ ਜੇ ਹੋ ਜੇ ਤਾਂ ਇਹ ਅੰਦੋਲਨ ਦੇ ਵਿੱਚ ਨਾ ਜਥੇਬੰਦੀ ਬਾਰੇ ਭੁਲੇਖੇ ਪੈਂਦੇ ਨੇ, ਨਾ ਪੂਰੇ ਅੰਦੋਲਨ ਦੇ ਬਾਰੇ ਕੋਈ ਭੁਲੇਖਾ ਪੈਂਦਾ। ਇਸੇ ਕਰਕੇ ਕਿ ਇਹ ਗੱਲ ਉਸ ਪੱਧਰ 'ਤੇ ਹੈ। ਦੂਜੀ ਇੱਕ ਵੱਡੀ ਗੱਲ ਜਿਹੜੀ ਇੱਥੇ ਸਾਹਮਣੇ ਆਈ ਹੈ, ਇਹਨਾਂ ਜਥੇਬੰਦੀਆਂ ਨੇ ਦੱਸੀ ਹੈ ਉਸ ਲੈਵਲ ਦੇ ਉੱਤੇ, ਉਹ ਇਹ ਹੈ ਕਿ ਇਹ ਅੰਦੋਲਨ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਫੈਲੂਗਾ ਦੇਸ਼ ਦੇ ਵਿੱਚ। ਉਹ ਕਿਵੇਂ ਫੈਲੂਗਾ ਕਿ ਪਿਛਲੇ ਦਿਨਾਂ 'ਚ ਇੱਕ ਮੀਟਿੰਗ ਹੋਈ ਹੈ, ਉਹਨੇ 5 ਨਵੰਬਰ ਦਾ ਪੂਰੇ ਦੇਸ਼ ਦੇ ਵਿੱਚ ਸਵੇਰੇ 10 ਤੋਂ 4 ਵਜੇ ਤੱਕ ਬੰਦ ਦਾ, ਚੱਕਾ ਜਾਮ ਦਾ ਐਲਾਨ ਕੀਤਾ। ਅਤੇ ਇਦੋਂ ਬਾਅਦ ਦਿੱਲੀ ਦੇ ਵਿੱਚ ਦੇਸ਼ ਪੱਧਰ ਦੀ ਕਿਸੇ ਵੀ ਵਿਚਾਰਧਾਰਾ ਨਾਲ ਹੋਵੇ, ਛੋਟੀ ਹੋਵੇ ਬੜੀ ਹੋਵੇ, ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੀ ਇੱਕ ਮੀਟਿੰਗ ਕਾਲ ਕੀਤੀ ਜਾਏਗੀ ਤਾਂ ਕਿ ਸਮੁੱਚੇ ਵਰਗ ਨੂੰ, ਸਮੁੱਚੀਆਂ ਜਥੇਬੰਦੀਆਂ ਨੂੰ ਇੱਕ ਮੰਚ 'ਤੇ ਲਿਆ ਕੇ ਇਸ ਅੰਦੋਲਨ ਦੀ ਤਾਕਤ ਵੱਡੇ ਪੱਧਰ 'ਤੇ ਵਧਾਈ ਜਾ ਸਕੇ। ਇਹ ਆਪਣੇ ਆਪ ਦੇ ਵਿੱਚ ਇੱਕ ਚੰਗਾ ਅਤੇ ਬਿਹਤਰ ਕਦਮ ਹੈ ਉਸ ਪਾਸੇ ਵੱਲ। ਔਰ ਇਸੇ ਕਰਕੇ ਜਦੋਂ ਤੁਸੀਂ ਸਭ ਨੂੰ ਕਲਾਵੇ ਦੇ ਵਿੱਚ ਲੈਣਾ ਹੁੰਦਾ ਤਾਂ ਅੱਜ ਮੈਨੂੰ ਇੱਕ ਇਹ ਗੱਲ ਲੱਗੀ ਕਿ ਲਖੋਵਾਲ ਗਰੁੱਪ ਨੂੰ ਜਿਹਨੂੰ ਕੱਢਿਆ ਹੋਇਆ ਅਤੇ ਅੱਜ ਵੀ ਉਹਦੇ ਬੰਦੇ ਆਏ ਸੀ, ਉਹ ਕਾਗਜ਼ ਵੀ ਲੈ ਕੇ ਆਏ ਵੀ ਜਿਹੜੇ ਵੀ ਅਸੀਂ ਹੁਣ ਉੱਥੋਂ ਵਾਪਸ ਵੀ ਲੈ ਲਿਆ। ਉਹਨਾਂ ਨੇ ਫੈਸਲਾ ਨਹੀਂ ਕਹਿੰਦੇ ਅਗਲੀ ਮੀਟਿੰਗ 'ਚ ਕਿਤੇ ਕਰਾਂਗੇ। ਮੈਨੂੰ ਲੱਗਦਾ ਉਹਦੀ ਬਜਾਏ ਵੀ ਜਦੋਂ ਤੁਸੀਂ ਸਾਰੀ ਦੁਨੀਆ ਨੂੰ ਇਕੱਠੇ ਕਰਨ ਦੀ ਗੱਲ ਕਰਦੇ ਹੋ ਦੇਸ਼ ਨੂੰ, ਅਤੇ ਜੇ ਕਿਸੇ ਤੋਂ ਤੁਹਾਡੇ ਮੁਤਾਬਕ ਗਲਤੀ ਹੋਈ ਹੈ, ਗਲਤੀ ਉਹ ਸੁਧਾਰ ਕੇ ਆਉਂਦਾ ਤਾਂ ਇਹ ਮੌਕਾ ਦੇਣਾ ਚਾਹੀਦਾ ਅਤੇ ਉਹਨੂੰ ਵੀ ਇਨਵੋਲਵ ਕਰਨਾ ਚਾਹੀਦਾ। ਜਦੋਂ ਬਾਕੀ ਸਾਰੀਆਂ ਗੱਲਾਂ ਭੁਲਾ ਕੇ ਤੁਸੀਂ ਇੱਕ ਵੱਡੇ ਨੁਕਤੇ 'ਤੇ ਵੱਡੀ ਗੱਲ ਦੇ ਉੱਤੇ ਇਕੱਠੇ ਹੋਏ ਹੋਏ। ਹਮੀਰ ਜੀ, ਇੱਕ ਪਾਸੇ ਕਿਸਾਨ ਅੰਦੋਲਨ ਚੱਲ ਰਿਹਾ, ਉਸੇ ਦੌਰਾਨ ਜਿਹੜਾ ਹੈਗਾ ਬੀਤੇ ਦਿਨ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ 'ਤੇ ਜਲੰਧਰ ਤੋਂ ਪਠਾਨਕੋਟ ਵੱਲ ਜਾਂਦੇ ਹੋਏ ਉਹਦੀ ਗੱਡੀ 'ਤੇ ਹਮਲਾ ਹੁੰਦਾ। ਉਸ ਦੇ ਵਿਰੋਧ ਦੇ ਵਿੱਚ ਭਾਜਪਾ ਵੱਲੋਂ ਅੱਜ ਸੂਬੇ ਭਰ 'ਚ ਧਰਨੇ ਲਾਏ ਜਾ ਰਹੇ ਨੇ ਅਤੇ ਦੋਸ਼ ਲਾਇਆ ਜਾ ਰਿਹਾ ਵੀ ਕਿ ਇਹ ਜਿਹੜਾ ਹਮਲਾ ਹੈ ਇਹ ਕਾਂਗਰਸ ਵੱਲੋਂ ਕਰਵਾਇਆ ਜਾ ਰਿਹਾ, ਜਦਕਿ ਕਾਂਗਰਸ ਇਹ ਦੋਸ਼ ਲਾ ਰਹੀ ਹੈ ਵੀ ਕਿ ਇਹ ਭਾਜਪਾ ਵੱਲੋਂ ਆਪਣੇ ਆਪ ਜਿਹੜਾ ਹੈਗਾ ਹਮਲਾ ਕਰਵਾਇਆ ਗਿਆ। ਇਸ ਨੂੰ ਕਿਵੇਂ ਅਸਲ ਦੇ ਵਿੱਚ ਕਈ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਜਿਹਨੂੰ ਇਹ ਦੇਖ ਕੇ ਮਤਲਬ ਨਜ਼ਰ ਆਉਂਦਾ ਹੈ ਜਾਂ ਇਹ ਕਿਹਾ ਜਾਂਦਾ ਹੈ ਇਤਿਹਾਸਕ ਪਿਛੋਕੜ ਦੇ ਤੌਰ 'ਤੇ ਕਿ ਜਦੋਂ ਅੰਦੋਲਨ ਵੱਡਾ ਹੁੰਦਾ, ਜਦੋਂ ਸਰਕਾਰਾਂ ਪਰੇਸ਼ਾਨ ਹੁੰਦੀਆਂ ਨੇ, ਉਦੋਂ ਕਈ ਇਹੋ ਜਿਹੀਆਂ ਘਟਨਾਵਾਂ ਵਾਪਰਨੀਆਂ ਸ਼ੁਰੂ ਹੋ ਜਾਂਦੀਆਂ ਨੇ। ਜਿਵੇਂ ਜਦੋਂ ਕਿਸਾਨ ਅੰਦੋਲਨ 2015 'ਚ ਵੱਡੇ ਪੱਧਰ 'ਤੇ ਚੱਲ ਰਿਹਾ ਸੀ, ਜਿਹੜਾ ਕਾਟਨ ਦੇ ਮੁੱਦੇ ਨੂੰ ਲੈ ਕੇ, ਕਪਾਹ ਦੀ ਨਕਲੀ ਦਵਾਈਆਂ ਦੇ ਮੁੱਦੇ ਨੂੰ ਲੈ ਕੇ, ਉਦੋਂ ਹੀ ਬਰਗਾੜੀ ਦਾ ਮਾਮਲਾ ਬਹੁਤ ਬੜਾ ਪੱਧਰ ਦੇ ਉੱਤੇ ਬਣ ਗਿਆ ਸੀ ਅਤੇ ਉਦੋਂ ਕਿਸਾਨਾਂ ਦਾ ਅੰਦੋਲਨ ਉਹਦੇ ਮੁਕਾਬਲੇ ਉਹਨੂੰ ਉਠਾਉਣਾ ਪਿਆ ਫਿਰ ਮਾਮਲੇ 'ਚ। ਹੁਣ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਹੁਰਮਤੀ ਦੀ ਘਟਨਾ ਵੀ 2 ਪਿੰਡਾਂ 'ਚ ਵਾਪਰ ਗਈ ਹੈ ਨਾਲ ਦੀ ਨਾਲ, ਜੱਲਾ ਪਿੰਡ ਦੇ ਵਿੱਚ ਅਤੇ ਤਰਖਾਣ ਮਾਜਰਾ ਪਿੰਡ ਦੇ ਵਿੱਚ। ਔਰ ਇਸੇ ਤਰ੍ਹਾਂ ਬੀਜੇਪੀ ਦੇ ਸੂਬਾ ਪ੍ਰਧਾਨ ਦੇ ਉੱਤੇ ਉਹਦੀ ਸੀਸਾ ਤੋੜਨ ਦੀ ਘਟਨਾ ਵੀ ਵਾਪਰ ਗਈ ਹੈ। ਕਿਸਾਨ ਜਥੇਬੰਦੀਆਂ ਨੇ ਕਲੀਅਰ ਕੀਤਾ ਕਿ ਸਾਡਾ ਕਿਸੇ ਵੀ ਹਿੰਸਕ ਕਾਰਵਾਈ ਨਾਲ ਕੋਈ ਸੰਬੰਧ ਨਹੀਂ ਹੈ। ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜਾ ਵੀ ਕੋਈ ਹਿੰਸਾ ਕਰਦਾ ਉਹ ਕਿਸਾਨ ਅੰਦੋਲਨ ਨੂੰ ਢਾਹ ਲਾ ਰਿਹਾ ਅਤੇ ਅਸੀਂ ਪੀਸਫੁਲ ਰਹਾਂਗੇ। ਇਹ ਹੁਣ ਇਹ ਜ਼ਿੰਮੇਵਾਰੀ ਵਾਕਈ ਇੰਟੈਲੀਜੈਂਸ ਏਜੰਸੀਆਂ ਦੀ, ਸਰਕਾਰਾਂ ਦੀ ਇਨਵੈਸਟੀਗੇਸ਼ਨ ਦੀ ਅਤੇ ਸੂਬਾ ਸਰਕਾਰਾਂ ਦੀ ਅਤੇ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਤੱਥ ਸਾਹਮਣੇ ਲਿਆਏ। ਜੇ ਉਹ ਸਰਕਾਰ ਕਹਿ ਰਹੀ ਹੈ ਕਿ ਭਾਜਪਾ ਵਾਲੇ ਆਪੀ ਕਰਾ ਕੇ ਗਲਤ ਕਹਿ ਰਹੇ ਨੇ ਤਾਂ ਵੀ ਤੱਥ ਸਾਹਮਣੇ ਲਿਆਓ। ਜੇਕਰ ਭਾਜਪਾ ਕਹਿ ਰਹੀ ਹੈ ਕਿ ਕਾਂਗਰਸ ਨੇ ਕਰਵਾਇਆ ਤਾਂ ਉਹਨਾਂ ਨੂੰ ਵੀ ਕੋਈ ਫੈਕਚੁਅਲ ਪੋਜੀਸ਼ਨ ਚਾਹੀਦੀ ਹੈ, ਤੱਥ ਚਾਹੀਦੇ ਨੇ ਉਸ ਲੈਵਲ 'ਤੇ। ਪਰ ਇਹਦੇ ਨਾਲ ਇੱਕ ਗੱਲ ਹੁੰਦੀ ਹੈ ਕਿ ਜਦ ਇਹੋ ਜਿਹੀ ਘਟਨਾ ਵਾਪਰਦੀ ਹੈ, ਇਹਦਾ ਮਤਲਬ ਮੀਡੀਆ ਉੱਧਰ ਆਕਰਸ਼ਿਤ ਹੁੰਦਾ ਹੈ, ਇਸੇ ਤਰ੍ਹਾਂ TV ਉੱਥੇ ਚੱਲ ਪੈਂਦਾ ਹੈ, ਤਾਂ ਇੱਕ ਅੰਦੋਲਨ ਤੋਂ ਤਾਂ ਨਜ਼ਰੀ ਦੂਰ ਪਾਸੇ ਜਾਂਦਾ ਨਾ ਕਿਸੇ ਰੂਪ ਦੇ ਵਿੱਚ। ਔਰ ਇਹ ਇੱਕ ਚੰਗੀ ਗੱਲ ਹੈ ਕਿ ਕਿਸਾਨ ਅੰਦੋਲਨ ਦੇ ਜਿਹੜੇ ਅਗਵਾਈ ਕਰਦੇ ਤਾਂ ਬੰਦੇ ਨੇ, ਉਹਨਾਂ ਨੇ ਇਹਦੀ ਨਿੰਦਾ ਕੀਤੀ ਹੈ, ਨਾਲ ਇਹ ਕੀਤਾ ਕਿ ਅਸੀਂ ਨਹੀਂ ਉਸ ਲੈਵਲ 'ਤੇ ਕੋਈ ਕਰਦੇ, ਨਾ ਫਿਊਚਰ 'ਚ ਸਾਡਾ ਕੋਈ ਇਹਦੇ ਨਾਲ ਲਾਗਾ ਦੇਵੇ। ਹਮੀਰ ਸਿੰਘ ਜੀ, ਪੰਜਾਬ ਸਰਕਾਰ 'ਤੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਜਿਹੜਾ ਹੈਗਾ ਬੁਲਾਉਣ ਦਾ ਦਬਾਅ ਬਾਰ-ਬਾਰ ਬਣਾਇਆ ਜਾ ਰਿਹਾ। ਉਸੇ ਦੌਰਾਨ ਜਿਹੜਾ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਵੀ ਬਾਰ-ਬਾਰ ਇਹ ਗੱਲ ਕਹਿ ਰਹੀ ਹੈ ਵੀ ਕਿ ਇਹ ਸੈਸ਼ਨ ਘੱਟੋ ਘੱਟ 7 ਦਿਨਾਂ ਦਾ ਹੋਵੇ। ਅਸੀਂ ਜਾਣਨਾ ਚਾਹਾਂਗੇ ਇਸ ਸੈਸ਼ਨ 'ਚ ਕੀ ਕੁਝ ਹੋਣ ਦੀ ਸੰਭਾਵਨਾ? ਇਹ ਤਾਂ ਨਹੀਂ ਪਤਾ 7 ਦਿਨ ਦਾ ਹੋਵੇ ਤਾਂ ਕਾਹਦੇ ਲਈ ਹੋਵੇ। ਮੈਨੂੰ ਲੱਗਦਾ ਕਿ ਜੇਕਰ ਇੱਕ ਬੇਸਿਕ ਮੁੱਦਾ ਜਿਹੜਾ ਤੁਹਾਡੇ ਸਾਹਮਣੇ ਮੁੱਦਾ ਹੈ ਉਸੇ ਨੂੰ ਤੁਸੀਂ ਐਡਰੈਸ ਕਰਨਾ ਤਾਂ ਉਹਦੇ 'ਚ 1 ਦਿਨ 2 ਦਿਨ ਜਿੰਨੇ ਦਿਨ ਵੀ ਚਰਚਾ ਖੁੱਲ੍ਹ ਕੇ ਕਰਨੀ ਚਾਹੋ ਤਾਂ ਕੀਤੀ ਜਾ ਸਕਦੀ ਹੈ। ਔਰ ਮੈਨੂੰ ਇਹ ਵੀ ਲੱਗਦਾ ਕਿ ਅਜੇ ਵੀ ਬਾਰ-ਬਾਰ ਇਹ ਗੱਲਾਂ ਚਰਚਾ 'ਚ ਆਉਣ ਦੇ ਬਾਵਜੂਦ ਸਾਡੀਆਂ ਜਿਹੜੀਆਂ ਪਾਰਟੀਆਂ ਨੇ, ਚਾਹੇ ਉਹ ਅਕਾਲੀ ਦਲ ਹੈ, ਚਾਹੇ ਉਹ ਕਾਂਗਰਸ ਹੈ, ਚਾਹੇ ਉਹ ਆਪ ਹੈ, ਉਹ ਇੱਕ ਦੂਜੇ ਦੇ ਮੁਕਾਬਲੇ ਆਪਣੇ ਆਪ ਨੂੰ ਬਿਹਤਰ ਦਿਖਾਉਣ ਦਾ ਹਜੇ ਸਿਸਟਮ ਚੱਲਦਾ, ਦੂਜੇ ਨੂੰ ਮਾੜਾ ਦਿਖਾਉਣ ਦਾ। ਇਹ ਹੁਣ ਉਹ ਮੌਕਾ ਨਹੀਂ। ਜੇ ਕਿਸਾਨ ਜਥੇਬੰਦੀਆਂ ਆਪਦੇ ਵਿਤਕਰੇ ਭੁੱਲ ਕੇ, ਆਪਣੀ ਵਿਚਾਰਧਾਰਾਵਾਂ ਭੁੱਲ ਕੇ ਇੱਕ ਮੋਟੇ ਤੌਰ 'ਤੇ ਮੋਟੇ ਏਜੰਡੇ ਦੇ ਉੱਤੇ ਸਹਿਮਤ ਹੋ ਕੇ ਲੜਾਈ ਲੜ ਰਹੀਆਂ ਨੇ ਤਾਂ ਜਥੇਬੰਦੀਆਂ ਨੂੰ ਵੀ ਆਪਣਾ ਜਿਹੜਾ ਮੁਹਾਨ ਹੈ ਲੜਾਈ ਦਾ ਉਹ ਕੇਂਦਰ ਵੱਲ ਫਿਲਹਾਲ ਕਰਨਾ ਪਏਗਾ। ਇਹ ਠੀਕ ਹੈ ਕਿ ਪੰਜਾਬ ਸਰਕਾਰ ਵੀ
ਜੇਕਰ ਵਾਅਦਾ ਕਰਕੇ ਇੰਪਲੀਮੈਂਟ ਨਹੀਂ ਕਰਦੀ, ਅਕਾਲੀ ਦਲ ਦੀ ਕੋਰ ਕਮੇਟੀ ਨੇ ਕੱਲ ਹਫ਼ਤੇ ਦਾ ਟਾਈਮ ਦਿੱਤਾ ਹੈ, ਇਦੋਂ ਪਹਿਲਾਂ ਕਿਸਾਨ ਜਥੇਬੰਦੀਆਂ ਨੇ ਟਾਈਮ ਦਿੱਤਾ ਹੋਇਆ ਕਿ ਜੇ ਨਹੀਂ ਸੈਸ਼ਨ ਬੁਲਾਉਂਦੇ ਤੇ ਇਹਨੂੰ ਵੈਸੇ ਹੀ ਟਾਲਣ ਦਾ ਜਿਹੜਾ ਤਰੀਕਾ ਉਹ ਨਹੀਂ ਹੈ ਠੀਕ, ਤੇ ਉਹ ਸੈਸ਼ਨ ਬੁਲਾਇਆ ਜਾਏਗਾ। ਜੇਕਰ ਹੁਣ ਬੁਲਾ ਲਿਆ ਜਾਂਦਾ ਤਾਂ ਉਸ ਸੈਸ਼ਨ ਦੇ ਵਿੱਚ ਸਾਰਿਆਂ ਨੂੰ ਇੱਕਮਤ ਹੋ ਕੇ ਉਹ ਕਾਨੂੰਨ ਦੇ ਵਿੱਚ ਵੀ ਸਰਬਸੰਮਤੀ ਦੇ ਐਂਗਲ ਤੋਂ ਗੱਲ ਕਰਨੀ ਚਾਹੀਦੀ ਹੈ, ਪਾਸ ਕਰਨਾ ਚਾਹੀਦਾ। ਤੇ ਦੂਜਾ ਮੇਰਾ ਖਿਆਲ ਹੈ ਪ੍ਰਚਾਰ ਦੇ ਮਾਮਲੇ 'ਚ ਵੀ ਇੱਕ ਸੁਰਤਾ ਦੀ ਗੱਲ ਹੈ। ਅਕਾਲੀ ਦਲ ਨੇ ਜਿਹੜਾ ਫੈਸਲਾ ਕੀਤਾ ਸੀ ਪਹਿਲੀ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਕਿ ਇੱਕ ਕਮੇਟੀ ਬਣਾਈ ਸੀ ਕਿ ਉਹ ਦੇਸ਼ ਪੱਧਰ ਤੇ ਉੱਤੇ ਲਾਮਬੰਦੀ ਕਰੇਗੀ। ਜਿਹੜੀਆਂ ਫੈਡਰਲਿਜ਼ਮ ਵਾਲੀਆਂ ਫੋਰਸਜ਼ ਨੇ, ਜਿਹੜੀਆਂ ਪਾਰਟੀਆਂ ਇਹ ਚਾਹੁੰਦੀਆਂ ਨੇ ਕਿ ਅਸੀਂ ਰਾਜਾਂ ਨੂੰ ਵੱਧ ਅਧਿਕਾਰਾਂ ਦੀਆਂ ਮੁਦਈ ਆ, ਤੇ ਉਹਦੇ ਤੇ ਅਜੇ ਤੱਕ ਕੋਈ ਅਮਲ ਨਹੀਂ ਹੋਇਆ, ਉਹਨਾਂ ਨੇ ਵੀ ਨਹੀਂ ਕੀਤਾ ਤੇ ਇੱਧਰੋਂ ਸਰਕਾਰ ਪਾਲੋਂ ਵੀ ਨਹੀਂ। ਚੀਫ ਮਿਨਿਸਟਰ ਨੂੰ ਵੀ ਇਹ ਚਾਹੀਦਾ ਵੈਸੇ ਕਿ ਚੀਫ ਮਿਨਿਸਟਰ ਵੀ ਜਿਹੜੀਆਂ ਘੱਟੋ ਘੱਟ ਇਸ ਲੈਵਲ ਦੀਆਂ ਪਾਰਟੀਆਂ ਨੇ ਜਾਂ ਸਰਕਾਰਾਂ ਨੇ ਜਿਹੜੀਆਂ ਇਹਨਾਂ ਕਾਨੂੰਨਾਂ ਦੇ ਖਿਲਾਫ ਨੇ, ਜਿਹੜੀਆਂ ਰਾਜਾਂ ਨੂੰ ਵੱਧ ਅਧਿਕਾਰਾਂ ਦੀਆਂ ਮੁਦਈ ਨੇ, ਤਾਂ ਉਹਨਾਂ ਦੀ ਮੀਟਿੰਗ ਸੱਦਣੀ ਚਾਹੀਦੀ ਹੈ। ਪ੍ਰੈਸ਼ਰ ਜਿੰਨਾ ਵੱਧ ਤੋਂ ਵੱਧ ਬਣਾਉਣਾ ਚਾਹੀਦਾ ਦਬਾਅ, ਪਰ ਅਜੇ ਇਹ ਮੇਰਾ ਖਿਆਲ ਹੈ ਉਨਾ ਸਰਗਰਮ ਰੋਲ ਨਹੀਂ ਨਿਭਾ ਰਹੇ ਜਿੰਨਾ ਕਿਸਾਨੀ ਦਾ ਸਾਡੇ ਸਾਹਮਣੇ ਆ ਰਿਹਾ ਹੈ। ਔਰ ਅੱਜ ਇੱਕ ਗੱਲ ਇਹ ਹੋਈ ਹੈ ਕਿ ਗੌਰਮੈਂਟ ਆਫ ਇੰਡੀਆ ਨੇ, ਕੇਂਦਰ ਸਰਕਾਰ ਦਾ ਜਿਹੜਾ ਸੈਕਟਰੀ ਹੈ, ਉਹਨੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਹੈ ਵੈਬੀਨਾਰ 'ਤੇ। ਉਹਨੇ ਗੱਲ ਕੀਤੀ ਹੈ ਕਿ ਕੀ ਤੁਹਾਡਾ ਕਹਿਣਾ ਹੈ। ਹੁਣ ਉਹਦੇ 'ਤੇ ਇਹਨਾਂ ਨੇ ਸਟੈਂਡ ਕੀ ਲਿਆ ਹੈ, ਉਹੀ ਸਟੈਂਡ ਸਾਰੇ ਸਵਾਲ ਨੇ, ਉਹੀ ਕਿਸਾਨ ਮੂਵਮੈਂਟ ਦੇ ਸਟੈਂਡ ਨੇ। ਉਹਦੇ 'ਤੇ ਸਵਾਲ ਰਾਜਾਂ ਨੂੰ ਵੱਧ ਅਧਿਕਾਰ ਦਾ ਵੀ ਹੈ। ਉਹਦੇ 'ਤੇ ਸਵਾਲ ਇਹ ਹੈ ਕਿ ਕੇਂਦਰ ਸਰਕਾਰ ਜ਼ਬਰਦਸਤੀ ਸਟੇਟ ਸਬਜੈਕਟਾਂ ਵਾਲੇ ਮੁੱਦੇ ਦੇ ਵਿੱਚ ਦਖਲ ਦੇ ਰਹੀ ਹੈ, ਜਿਹੜਾ ਸੰਵਿਧਾਨ ਦੇ ਉਲਟ ਹੈ। ਤੇ MSP ਦੇ ਵਿੱਚ ਖਰੀਦ ਦੀ ਗਰੰਟੀ ਹੋਣੀ ਚਾਹੀਦੀ ਹੈ, ਕਾਨੂੰਨ ਬਣਨਾ ਚਾਹੀਦਾ। ਔਰ ਇਸੇ ਤਰ੍ਹਾਂ ਹੀ ਕਿਸਾਨਾਂ ਦੇ ਨੂੰ ਮਤਲਬ ਸਹਿਮਤ ਕਰਾ ਕੇ ਉਸ ਪਾਸੇ ਵੱਲ ਚੱਲਦਾ। ਔਰ ਇਹਦੇ ਵਿੱਚ ਇੱਕ ਗੱਲ ਇਹ ਵੀ ਹੋ ਸਕਦੀ ਹੈ, ਮੇਰਾ ਖਿਆਲ ਹੈ ਕਿ ਕਿਸਾਨ ਜਥੇਬੰਦੀਆਂ ਨਾਲ ਤਾਂ ਮੀਟਿੰਗ ਕਰਨਾ ਮਸਟ ਹੈ, ਉਹ ਤੋਂ ਬਿਨਾਂ ਚਾਰਾ ਹੀ ਨਹੀਂ, ਕਿਉਂਕਿ ਉਹ ਲੜ ਰਹੀਆਂ ਨੇ। ਪਰ ਦੇਸ਼ ਦੇ ਵਿੱਚ ਜਿਹੜੀਆਂ ਪੋਲੀਟੀਕਲ ਧਿਰਾਂ ਵੀ ਤੁਹਾਡੇ ਨਾਲ ਸਹਿਮਤ ਨਹੀਂ ਹੈ, ਉਹਨਾਂ ਨਾਲ ਵੀ ਗੱਲ ਕਿਉਂ ਨਹੀਂ ਕਰਨੀ ਚਾਹੀਦੀ ਗੌਰਮੈਂਟ ਆਫ ਇੰਡੀਆ ਨੂੰ। ਜਿਵੇਂ ਇੱਕ ਗੱਲ ਵੱਡੇ ਪੱਧਰ 'ਤੇ ਬੇਯਕੀਨੀ ਦੀ ਸਾਡੇ ਦੇਸ਼ 'ਚ ਪੈਦਾ ਹੋ ਗਈ ਹੈ ਕਿ ਤੁਸੀਂ ਰਾਜ ਸਭਾ ਦੇ ਵਿੱਚ ਜਿਹੜੇ ਤੱਥ ਬਾਅਦ 'ਚ ਆਏ ਨੇ, ਘੱਟ ਗਿਣਤੀ 'ਚ ਹੋਣ ਦੇ ਬਾਵਜੂਦ ਜ਼ਬਰਦਸਤੀ ਇੱਕ ਕਾਨੂੰਨ ਪਾਸ ਕਰਵਾ ਲਿਆ। ਇਹ ਦੇਸ਼ ਦੇ ਉਹਨੂੰ ਪਾਰਲੀਮੈਂਟਰੀ ਸਿਸਟਮ 'ਤੇ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ, ਜਮਹੂਰੀਅਤ 'ਤੇ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ। ਔਰ ਅੱਜ ਮਤਲਬ ਉਹਦਾ ਡੇਟੇ ਵੀ ਸਾਹਮਣੇ ਆਏ ਨੇ ਅਲੱਗ-ਅਲੱਗ ਤਰ੍ਹਾਂ ਦੇ ਉੱਤੇ, ਕਿਉਂਕਿ ਫਰੰਟ ਲਾਈਨ ਨੇ ਇੱਕ ਕਵਰ ਸਟੋਰੀ ਕੀਤੀ ਹੈ, ਜਿਹੜਾ ਬੜਾ ਮੈਚੋਰ ਤੇ ਠੀਕ ਮੈਗਜ਼ੀਨ ਹੈ, ਤੇ ਉਹਨੇ ਕਿਹਾ RSS ਦੇ ਸੂਤਰਾਂ ਮੁਤਾਬਕ ਵੀ, BJP ਦੇ ਸੂਤਰਾਂ ਮੁਤਾਬਕ ਵੀ, ਉਹਨਾਂ ਦੇ ਕੋਟ ਕਰਕੇ ਕਿਹਾ ਗਿਆ ਕਿ ਕੇਂਦਰ ਸਰਕਾਰ ਨੂੰ ਇਹ ਭਿਣਕ ਨਹੀਂ ਸੀ ਕਿ ਐਡਾ ਵੱਡਾ ਅੰਦੋਲਨ ਹੋ ਜਾਊਗਾ। ਦੂਜੀ ਗੱਲ, ਉਹਨਾਂ ਨੂੰ ਲੱਗਦਾ ਸੀ ਕਿ ਰਾਜ ਸਭਾ ਦੇ ਵਿੱਚ ਅਕਾਲੀ ਦਲ ਸਿੰਬੋਲਿਕ ਤੌਰ 'ਤੇ ਵਿਰੋਧ ਕਰ ਰਿਹਾ, ਇਹ ਵੋਟ ਸਾਨੂੰ ਹੀ ਪਾਏਗਾ। ਔਰ ਇਸੇ ਤਰ੍ਹਾਂ NCP ਦੀ ਗੱਲ ਸੀ, ਇਸੇ ਤਰ੍ਹਾਂ ਉद्धਵ ਠਾਕਰੇ ਵਾਲੀ ਸ਼ਿਵ ਸੈਨਾ ਦੀ ਗੱਲ ਸੀ। ਪਰ ਉਸ ਰਾਜ ਸਭਾ ਦੇ ਮੌਕੇ 'ਤੇ ਅਕਾਲੀ ਦਲ ਦਾ ਇਸ ਲੈਵਲ ਦਾ ਸਟੈਂਡ ਲੈਣਾ ਸ਼ਾਇਦ ਉਹਨਾਂ ਨੂੰ ਇਹ ਲੱਗ ਨਹੀਂ ਸੀ ਰਿਹਾ ਕਿ ਇਹੋ ਜਿਹਾ ਸਟੈਂਡ ਲਿਆ ਜਾਏਗਾ। ਪਰ ਇੱਥੇ ਦੇ ਅੰਦੋਲਨ ਅਤੇ ਇੱਥੋਂ ਦੀ ਸਿਆਸਤ ਜੇ ਅਕਾਲੀ ਦਲ ਨੇ ਕਰਨੀ ਹੈ ਤਾਂ ਉਹਦੇ ਸਾਹਮਣੇ ਸੀ ਕਿ ਉਹਨੂੰ ਬਦਲਣਾ ਪੈਣਾ ਸੀ। ਇਸ ਕਰਕੇ ਸਰਕਾਰ ਦੇ ਪੱਖ ਦੀਆਂ ਵੋਟਾਂ 243 ਚੋਂ ਕੇਵਲ 113 ਬਣਦੀਆਂ ਸੀ, ਤੇ 113 ਨਾਲ ਨਹੀਂ ਸੀ ਜਿੱਤਿਆ ਜਾ ਸਕਦਾ, ਮਤਲਬ ਨਹੀਂ ਬਿੱਲ ਪਾਸ ਕਰਵਾਇਆ ਜਾ ਸਕਦਾ ਸੀ। ਇਸ ਕਰਕੇ ਜੇ ਉਹ ਸਿਆਸਤ ਦੇ ਤੌਰ 'ਤੇ ਉਹਨੂੰ ਵੀ ਦਰੁਸਤੀ ਕਰਨ ਦੇ ਵਾਸਤੇ ਤੁਹਾਨੂੰ ਦੂਜੀਆਂ ਪਾਰਟੀਆਂ ਦੇ ਵੀ ਰਾਏ ਤੇ ਉਹਨਾਂ ਦੀ ਸਰਬਸਾਂਝੀ ਇੱਕ ਮੀਟਿੰਗ ਆਲ ਪਾਰਟੀ ਵੀ ਬੁਲਾਉਣੀ ਚਾਹੀਦੀ ਹੈ ਕਿ ਤੁਸੀਂ ਇਹਦੇ 'ਤੇ ਬਿੱਲਾਂ 'ਤੇ ਕੀ ਕਹਿੰਦੇ ਹੋ। ਇਕੱਲੇ ਕਿਸਾਨਾਂ ਨੂੰ ਸਹਿਮਤ ਕਰਾਉਣਾ ਫਲਾਨਾ, ਮੈਨੂੰ ਲੱਗਦਾ ਕਿ ਇਹਦੇ 'ਤੇ ਅਜੇ ਗੱਲ ਬਣਨੀ ਨਹੀਂ, ਕਿਉਂਕਿ ਅਜੇ ਮੂਡ ਗੌਰਮੈਂਟ ਆਫ ਇੰਡੀਆ ਦਾ ਇਹੀ ਹੈ। ਅਜੇ ਉਹਨਾਂ ਨੇ ਜਿਹੜੇ ਆਪਣੇ ਮੰਤਰੀਆਂ ਦੀ ਡਿਊਟੀ ਲਾਈ ਹੈ, ਅਜੇ ਜਿਹੜੇ ਅਰਥ ਸ਼ਾਸਤਰੀਆਂ ਦੀ ਡਿਊਟੀ ਲਾਈ ਹੈ ਕਿ ਤੁਸੀਂ ਅਜੇ ਸਮਝਾਓ ਕਿਸਾਨਾਂ ਨੂੰ, ਹਜੇ ਉਹ ਸਮਝਾਉਣ ਦੇ ਰਾਹ 'ਤੇ ਨੇ, ਅਜੇ ਉਹ ਹਮਲਾਵਰ ਰੁਖ ਦੇ ਤੌਰ 'ਤੇ ਆਏ ਹੋਏ ਨੇ ਉਸੇ ਪੱਧਰ 'ਤੇ। ਇਸੇ ਕਰਕੇ BJP ਜ਼ਿਲ੍ਹਿਆਂ ਦੇ ਧਰਨੇ ਵੱਖ-ਵੱਖ ਤਰ੍ਹਾਂ ਦੇ ਉਲੀਕ ਰਹੀ ਹੈ। ਪਰ ਫਿਰ ਵੀ ਕਿ ਜੇ ਅੰਦੋਲਨ ਵਿਕਸਿਤ ਹੁੰਦਾ ਹੈ ਤਾਂ ਕਿਸਾਨ ਮੂਵਮੈਂਟ ਦਾ ਵੀ ਬੁਨਿਆਦੀ ਤੌਰ 'ਤੇ ਇਹ ਨਾਅਰਾ ਹੀ ਬਣਦਾ MSP, ਰਾਜਾਂ ਨੂੰ ਵੱਧ ਅਧਿਕਾਰ, ਫੈਡਰਲਿਜ਼ਮ, ਕੇਂਦਰ ਦਾ ਦਖਲ ਹਟੇ ਤੇ ਮਤਲਬ ਗਰੰਟੀ ਇੱਕ ਕਾਨੂੰਨ ਬਣੇ ਉਹਦੇ 'ਤੇ MSP ਦੇ ਮਾਮਲੇ ਦੇ ਉੱਤੇ ਜੇ ਗੌਰਮੈਂਟ ਆਫ ਇੰਡੀਆ ਚਾਹੁੰਦੀ ਹੈ। ਤੇ ਕੰਟਰੈਕਟ ਦੇ ਮਾਮਲੇ ਦੇ ਵਿੱਚ ਜਿਹੜਾ ਤੁਸੀਂ ਰਾਜ ਸਰਕਾਰ ਨੂੰ ਬਿਲਕੁਲ ਬਾਹਰ ਕੱਢਤਾ, ਇੱਕ ਕਾਰਪੋਰੇਟ ਘਰਾਣਿਆਂ 'ਤੇ ਛੱਡਤਾ ਕਿ ਇਕੱਲੇ ਕਿਸਾਨ ਨਾਲ ਜਿਵੇਂ ਮਰਜ਼ੀ ਨਿਪਟੋ, ਉਹਨੂੰ ਵੀ ਚੈਲੰਜ ਕਰਨ ਦਾ ਸਵਾਲ ਹੈ। ਔਰ ਇਹ ਕੱਲ੍ਹ ਦੀ ਮੀਟਿੰਗ ਤੋਂ ਬਾਅਦ ਕਾਫੀ ਚੀਜ਼ਾਂ ਕਲੀਅਰ ਹੋ ਜਾਣੀਆਂ ਨੇ। ਉਮੀਦ ਨਹੀਂ ਹੈ ਕਿ ਉਹਦੇ 'ਚ ਕੋਈ ਸੈਟਲਮੈਂਟ ਹੋਣੀ ਹੈ। ਅਜੇ ਅੰਦੋਲਨ ਨੇ ਅੱਗੇ ਚੱਲਣਾ ਤੇ ਇਹਦੇ ਪੋਲੀਟੀਕਲ ਸੰਭਾਵਨਾਵਾਂ ਵੀ ਕੀ ਹੋਣਗੀਆਂ, ਪੰਜਾਬ 'ਚ ਵੀ ਤੇ ਦੇਸ਼ ਦੇ ਵਿੱਚ ਵੀ ਕਿੰਨੀ ਤਬਦੀਲੀ ਦੇ ਰਾਹ 'ਚ ਹੋਏਗਾ, ਇਹ ਅਜੇ ਦੇਖਣ ਦਾ ਸਵਾਲ ਹੋਏਗਾ। ਇਹ ਸਨ ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਕੋਆਰਡੀਨੇਟਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਸਾਡੇ ਨਾਲ ਵਿਚਾਰ ਸਾਂਝੇ ਕਰਦੇ ਦੱਸਿਆ ਵੀ ਕਿ ਖੇਤੀ ਕਾਨੂੰਨਾਂ ਖਿਲਾਫ ਸ਼ੁਰੂ ਹੋਇਆ ਸੰਘਰਸ਼
ਬਾਰੇ ਜਿਹੜਾ ਹੈਗਾ ਕੇਂਦਰ ਵੱਲੋਂ ਗੱਲਬਾਤ ਕਰਨ ਲਈ ਕਿਸਾਨ ਜਥੇਬੰਦੀਆਂ ਨੂੰ ਤਾਂ ਸੱਦਾ ਦਿੱਤਾ ਗਿਆ, ਪਰ ਇਸ ਲਈ ਕਿਸੇ ਵੀ ਸੂਬਾ ਸਰਕਾਰ ਨੂੰ ਜਾਂ ਕਿਸੇ ਰਾਜਨੀਤਿਕ ਪਾਰਟੀ ਨੂੰ ਨਹੀਂ ਬੁਲਾਇਆ ਗਿਆ, ਜਦਕਿ ਕੇਂਦਰ ਸਰਕਾਰ ਨੂੰ ਇੱਕ ਆਲ ਪਾਰਟੀ ਮੀਟਿੰਗ ਵੀ ਬੁਲਾਉਣੀ ਚਾਹੀਦੀ ਹੈ, ਜਿਹਦੇ ਵਿੱਚ ਕਿਸਾਨ ਜਥੇਬੰਦੀਆਂ ਨੂੰ ਵੀ ਨਾਲ ਬਿਠਾ ਕੇ ਸਭ ਦੀ ਰਾਏ ਲੈ ਕੇ ਜਿਹੜਾ ਹੈਗਾ ਆਪਣਾ ਆਉਣ ਵਾਲਾ ਫੈਸਲਾ ਲੈਣਾ ਚਾਹੀਦਾ ਹੈ। ਕੱਲ੍ਹ ਨੂੰ ਇਸੇ ਸਮੇਂ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।